ਹਾਜ਼ਰੀਨ, ਵਿਚਾਰ ਚਰਚਾ ਵਿੱਚ ਆਪ ਸਭ ਦਾ ਸਵਾਗਤ। ਅੱਜ ਦੀ ਵਿਚਾਰ ਚਰਚਾ ਗਾਥਾ ਹੈ ਉਹਨਾਂ ਪਾਣੀਆਂ ਦੀ ਜਿਨ੍ਹਾਂ ਨੂੰ ਹੰਗਾਲਦੇ ਹੋਏ ਮੇਰੇ ਦਾਦੀ ਦੇ ਹਾਣੀ ਗਦਰੀ ਬਾਬਿਆਂ ਦੀ ਲਹਿਰ ਵਿੱਚ ਹਿੱਸਾ ਬਣੇ। ਇਹ ਗਾਥਾ ਹੈ ਕਾਮਾਂਗਾਟਾ ਮਾਰੂ ਦੇ ਬਿਰਤਾਂਤ ਦੀ। ਇਹ ਨਵਾਂ ਅਧਿਆਏ 1914 ਵਿੱਚ ਹਿੰਦੁਸਤਾਨ ਦੀ ਆਜ਼ਾਦੀ ਲਈ ਲੜ ਲਏ ਜੁਝਾਰੂਆਂ ਦੇ ਅਧਿਆਏ ਵਿੱਚ ਇੱਕ ਨਵਾਂ ਅਧਿਆਏ ਸ਼ਾਮਲ ਹੋਇਆ ਸੀ। 1914 ਵਿੱਚ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ। ਦਰਅਸਲ ਇਹ ਕਾਨੂੰਨ ਉਹਨਾਂ ਨੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ, ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਆਉਣ, ਉਹਨਾਂ ਦੇ ਦਾਖਲੇ ਨੂੰ ਰੋਕਣ ਤੇ ਇੱਥੇ ਵਸਣ ਦੇ ਵਿਰੁੱਧ ਪਾਸ ਕੀਤਾ ਸੀ, ਤਾਂ ਕਿ ਇਸ ਕਾਨੂੰਨ ਦੇ ਆੜ ਲੈ ਕੇ ਉਹ ਕਿਸੇ ਨੂੰ ਇੱਥੇ ਦਾਖਲ ਹੋਣ ਤੋਂ ਮਨਾ ਕਰ ਸਕਣ। ਇਸ ਮਸਲੇ ਨੂੰ ਹੱਲ ਕਰਨ ਵਾਸਤੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਂਗਾਟਾ ਮਾਰੂ ਨੂੰ ਕਿਰਾਏ ਤੇ ਲਿਆ ਤਾਂ ਜੋ ਕਾਨੂੰਨੀ ਅੜਚਨ ਨੂੰ ਦੂਰ ਕਰੀਏ ਤੇ ਲੋਕਾਂ ਨੂੰ ਇੱਥੇ ਲਿਆ ਕੇ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਜਾਵੇ। ਸੋ 1914 ਵਿੱਚ ਪੰਜਾਬ ਭਾਰਤ ਤੋਂ ਲੈ ਕੇ ਮੁਸਾਫਰਾਂ ਨੂੰ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਾਪਾਨ ਵਿੱਚੋਂ ਲੰਘਦਿਆਂ ਬਹੁਤ ਸਾਰੇ ਮੁਸਾਫਰ ਹੋਰ ਇਹਦੇ ਨਾਲ ਜੁੜੇ ਜੋ ਹਿੰਦੁਸਤਾਨ ਨਾਲ ਸੰਬੰਧਿਤ ਸਨ। ਇਹ ਫਿਰ ਆਖਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ਦੀ ਬੰਦਰਗਾਹ ਤੇ ਲੱਗਿਆ। ਇਹ ਜਹਾਜ਼ 19 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ, ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ। ਇਹਨਾਂ ਸਾਰੇ ਮੁਸਾਫਰਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖਲਾ ਦੇ ਦਿੱਤਾ ਗਿਆ, ਜਦ ਕਿ ਬਾਕੀ 352 ਮੁਸਾਫਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜਬੂਰ ਕੀਤਾ ਗਿਆ। ਮੁਸਾਫਰਾਂ ਵਿੱਚੋਂ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸ਼ਾਮਲ ਸਨ, ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ ਤੇ ਕਾਫੀ ਲੰਮੀ ਜਦੋਜਹਿਦ ਤੇ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡਟ ਗਏ। 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ 2 ਮਹੀਨੇ ਵੈਨਕੂਵਰ ਦੀ ਬੰਦਰਗਾਹ ਤੇ ਬੰਦੀ ਬਣਾਈ ਰੱਖਿਆ। ਸੋ ਜ਼ੁਲਮ ਸਿਤਮ ਦੀ ਇਹ ਹੱਦ ਸੀ ਕਿ ਮੁਸਾਫਰਾਂ ਨਾਲ ਅਣਮਨੁੱਖੀ ਵਰਤਾਓ ਕੀਤਾ ਗਿਆ ਤੇ ਇੱਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ ਕਾਮਾਂਗਾਟਾ ਮਾਰੂ ਬੇੜੇ ਨੂੰ ਡੋਬਣ ਦੀ ਸਾਜ਼ਿਸ਼ ਵੀ ਰਚੀ ਗਈ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫਾਇਰਿੰਗ ਕਰਨ ਦੀ ਧਮਕੀ ਦਿੱਤੀ ਤੇ ਇਹਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ। ਖੈਰ, ਇਸ ਦੌਰਾਨ ਜਹਾਜ਼ ਵਿਚਲੇ ਸਿੱਖ ਇੱਕ ਨਵੇਂ ਬਣੇ ਕਾਨੂੰਨ ਦੀ ਆੜ ਵਿੱਚ ਜਿਹੜੀ ਸਰਕਾਰ ਨਾਲ ਟੱਕਰ ਚੱਲ ਰਹੀ ਸੀ, ਉਹ ਟੱਕਰ ਲੈਣ ਦੀ ਬਜਾਏ ਪੰਜਾਬ ਵਾਪਸ ਮੁੜਨ ਨੂੰ ਰਾਜੀ ਹੋ ਗਏ। ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿੱਤੀ। ਅਖੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਵੱਲ ਨੂੰ ਮੁੜ ਪਿਆ। ਸੰਸਾਰ ਦੇ ਇਤਿਹਾਸ ਵਿੱਚ ਇਹ ਦੁਖਾਂਤ ਜੋ ਹੈ, ਇਹ ਜੋ ਘਟਨਾ ਹੈ, ਇਹ ਬਹੁਤ ਹੀ ਜ਼ਿਆਦਾ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਤੇ ਜਬਰੀ ਰੋਕੀ ਰੱਖਿਆ ਤੇ ਮੁਸਾਫਰਾਂ ਨੂੰ ਬਾਹਰ ਨਹੀਂ ਸੀ ਨਿਕਲਣ ਦਿੱਤਾ। ਸੋ ਇਸ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਵੀ ਸੀ, ਪਰ ਜਾਪਾਨੀ ਨਾਂ ਉਹਦਾ ਕਾਮਾਂਗਾਟਾ ਮਾਰੂ ਹੀ ਸੀ, ਜਿਹਦੇ ਨਾਲ ਇਹ ਜਿਸ ਨਾਂ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। 2 ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ, ਜਿੱਥੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। 29 ਸਤੰਬਰ 1914 ਨੂੰ ਇਹ ਕਾਮਾਂਗਾਟਾ ਮਾਰੂ ਜਹਾਜ਼ ਜੋ ਹੈ ਬਜਬਜ ਘਾਟ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਰਾਹੀਂ ਮੁਸਾਫਰਾਂ ਨੂੰ ਪੰਜਾਬ ਲਿਜਾਣ ਵਾਸਤੇ ਪ੍ਰਬੰਧ ਕੀਤਾ ਗਿਆ ਸੀ। ਮੁਸਾਫਰਾਂ ਨੇ ਇਹਦੇ ਵਿੱਚ ਬਹਿਣ ਤੋਂ ਇਨਕਾਰ ਕਰਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਕਲਕੱਤਾ ਦੇ ਬੜਾ ਬਾਜ਼ਾਰ ਵਾਲੇ ਗੁਰਦੁਆਰੇ ਵੱਲ, ਜਿਹੜਾ ਗੁਰਦੁਆਰਾ ਹੈ ਉੱਥੇ, ਉਹਦੇ ਵੱਲ ਜਲੂਸ ਬਣਾ ਕੇ ਤੁਰ ਪਏ। ਇਸ ਉੱਤੇ ਪੁਲਿਸ ਨੇ ਮੁਸਾਫਰਾਂ ਉੱਤੇ ਗੋਲੀ ਚਲਾ ਦਿੱਤੀ ਤੇ ਫਾਇਰਿੰਗ ਵਿੱਚ 19 ਮੁਸਾਫਰ ਮਾਰੇ ਗਏ। ਮਗਰੋਂ ਪੁਲਿਸ ਨੇ ਮੁਸਾਫਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹਦੇ ਦੌਰਾਨ ਬਾਬਾ ਗੁਰਦਿੱਤ ਸਿੰਘ ਸਣੇ 30 ਸਿੱਖ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਦੌਰਾਨ ਅਦਾਲਤੀ ਕਾਰਵਾਈਆਂ ਵੀ ਹੋਈਆਂ, ਪਰ ਅਦਾਲਤਾਂ ਨੇ ਵੀ ਜਿਹੜਾ ਹੈ ਕੈਨੇਡਾ ਵਿਖੇ
ਅਦਾਲਤ ਦੇ ਜਿਹੜੀ ਸਰਕਾਰ ਵੱਲੋਂ ਜਿਹੜਾ ਕਾਨੂੰਨ ਪਾਸ ਕੀਤਾ ਸੀ ਉਹਦੇ ਵਿੱਚ ਦਖਲ ਦੇਣ ਤੋਂ ਨਾ ਕਰ ਦਿੱਤੀ ਸੀ। ਉਦੋਂ ਫਿਰ ਇਹਨਾਂ ਨੇ ਖੁਫੀਆ ਮਹਿਕਮੇ ਵਿੱਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਹਦਾ ਇੰਚਾਰਜ ਇੱਕ ਅੰਗਰੇਜ਼ ਅਫਸਰ ਹਾਪਕਿੰਸਨ ਨੂੰ ਬਣਾਇਆ ਸੀ। ਇਹਨੇ ਇੰਟੈਲੀਜੈਂਸ ਮਹਿਕਮੇ ਨੂੰ ਚਲਾਉਣ ਦਾ ਪੂਰਾ ਜ਼ਿੰਮਾ ਲਿਆ ਹੋਇਆ ਸੀ। ਉਹਦੇ ਗਾਂ ਟਾਊਟ ਰੱਖੇ ਸੀ ਬੇਲਾ ਸਿੰਘ ਜਿਆਨ ਤੇ ਇੱਕ ਹੋਰ 2 ਪੰਜਾਬੀ ਸੀ, ਏਜੰਟ ਸੀ ਉਹਦੇ। 21 ਅਕਤੂਬਰ 1914 ਨੂੰ ਜਦ ਹਾਪਕਿੰਸਨ ਅਦਾਲਤ ਵਿੱਚ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਗਿਆ ਸੀ, ਕਿਉਂਕਿ ਬੇਲਾ ਸਿੰਘ ਨੇ ਇੱਕ ਸਿੱਖ ਦਾ ਕਤਲ ਕਰ ਦਿੱਤਾ ਸੀ, ਤਾਂ ਉੱਥੇ ਮੇਵਾ ਸਿੰਘ ਨੇ ਉਹਨੂੰ ਉੱਥੇ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਤੇ ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਦਿਨ ਫਾਂਸੀ ਦੇ ਦਿੱਤੀ ਗਈ ਸੀ। ਜਦੋਂ ਤੋਂ ਕਾਂਡ ਹੋਇਆ ਸੀ ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਕਾਮਾਗਾਟਾ ਮਾਰੂ ਦੁਖਾਂਤ ਲਈ ਮਾਫੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ ਸਨ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ ਸੀ ਤੇ ਮਾਫੀ ਲਈ ਹੀ ਜਿੱਦ ਫੜੀ ਰੱਖੀ। ਇਸ ਦਰਮਿਆਨ ਗਦਰੀ ਬਾਬਿਆਂ ਦਾ ਇੱਕ ਮੇਲਾ ਲੱਗਦਾ ਵੈਨਕੂਵਰ ਵਿੱਚ। ਉੱਥੇ ਸਟੀਫਨ ਹਾਰਪਰ ਜੋ ਉਦੋਂ ਪ੍ਰਧਾਨ ਮੰਤਰੀ ਸਨ ਦੇਸ਼ ਦੇ, ਉਹਨਾਂ ਨੇ ਮਾਫੀ ਮੰਗ ਲਈ ਸੀ, ਪਰ ਲੋਕਾਂ ਦੀ ਮੰਗ ਸੀ ਕਿ ਪਾਰਲੀਮੈਂਟ ਦੇ ਵਿੱਚ ਮੰਗੀ ਜਾਏ, ਪਰ ਅਜਿਹਾ ਉਦੋਂ ਨਹੀਂ ਸੀ ਹੋਇਆ। ਇਸ ਤੋਂ ਬਾਅਦ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮਾਫੀ ਮੰਗਣ ਲਈ 18 ਮਈ 2016 ਦੇ ਦਿਨ ਐਲਾਨ ਕਰਕੇ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਸੀਗਾ। ਇੱਕ ਨਵਾਂ ਇਤਿਹਾਸ ਸਿਰਜਿਆ ਜਿਹਦਾ ਸਾਰੇ ਪਾਸਿਆਂ ਤੋਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ 'ਚ ਇਤਿਹਾਸਕ ਗਲਤੀਆਂ ਤੇ ਮਾਫੀ ਮੰਗਣ ਤੇ ਉਹਨਾਂ ਤੋਂ ਸਭ ਸਿੱਖਣ ਦਾ ਇਹ ਕਦਮ ਇੱਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ਵਿੱਚ ਖਾਸ ਮਹੱਤਵ ਰੱਖਦਾ ਹੈ। ਚਾਹੇ ਕਾਮਾਗਾਟਾ ਮਾਰੂ ਲਈ ਮਾਫੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰ ਆ ਕੇ ਜਿਹੜੇ ਬਾਹਰੋਂ ਆਏ ਇੱਥੇ ਸਾਡੇ ਵਸੇ ਨੇ ਸਿੱਖ ਭਾਈਚਾਰੇ ਦੇ ਲੋਕ, ਉਹਨਾਂ ਨੂੰ ਪਹਿਲਾਂ ਹੀ ਸਨਮਾਨ ਦੇ ਦਿੱਤਾ ਸੀਗਾ ਕਿ ਆਪਣੀ ਵਜ਼ਾਰਤ ਵਿੱਚ 4 ਸਿੱਖ ਮੰਤਰੀ ਸ਼ਾਮਲ ਕੀਤੇ ਸੀ। ਇਹਨਾਂ ਨੂੰ ਮਹਿਕਮੇ ਬੜੇ ਕਮਾਲ ਦੇ ਦਿੱਤੇ ਹੋਏ ਨੇ। ਰੱਖਿਆ, ਆਰਥਿਕਤਾ, ਸਨਅਤ ਤੇ ਵਪਾਰ ਬੜੇ ਵੈਲਿਊਏਬਲ ਪੋਰਟਫੋਲੀਓ ਵਾਲੇ ਮਹਿਕਮੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਕਾਫੀ ਵੱਧ ਹੁੰਦੀ ਹੈ ਦੂਸਰੇ ਮਹਿਕਮਿਆਂ ਦੇ ਮੁਕਾਬਲੇ। ਫਿਰ ਸੰਸਦ 'ਚ ਮਾਫੀ ਮੰਗ ਕੇ ਉਹਨਾਂ ਨੇ ਕੈਨੇਡਾ ਦਾ ਅਕਸ ਜਿਹੜਾ ਸੀ ਉਹ ਮੰਤਰੀ ਪੱਧਰ ਤੇ ਹੋਰ ਵੀ ਮਜ਼ਬੂਤ ਕਰ ਦਿੱਤਾ ਸੀਗਾ। ਖੈਰ, ਇਹ ਟਰੂਡੋ ਪਰਿਵਾਰ ਦੀ ਹੀ ਵਿਸ਼ਾਲਤਾ ਹੈ, ਉਹਨਾਂ ਦੇ ਹਿਰਦੇ ਦੀ। ਉਹਨਾਂ ਦੇ ਪਿਤਾ ਪ੍ਰਧਾਨ ਮੰਤਰੀ ਏਲੀਅਟ ਪੀਅਰੇ ਟਰੂਡੋ ਨੇ ਚਾਰਟਰ ਆਫ ਰਾਈਟਸ ਲਿਆਂਦੇ ਸੀ, ਜਿਹਦੇ ਰਾਹੀਂ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਬਣਾਇਆ ਗਿਆ ਸੀਗਾ। ਸੋ 104 ਸਾਲ ਪਹਿਲਾਂ ਮਿਲੇ ਜ਼ਖਮਾਂ ਨੂੰ ਮਲਮ ਲਾ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਦੀ ਮਿਸਾਲ ਕਾਇਮ ਕੀਤੀ ਜਸਟਨ ਟਰੂਡੋ ਨੇ। ਸੋ ਇਸ ਤਰ੍ਹਾਂ ਜਿਹੜਾ ਹਿੰਦੁਸਤਾਨ ਹੈ, ਭਾਰਤ ਹੈ, ਉੱਥੇ ਵੀ ਬ੍ਰਿਟਿਸ਼ ਕੋਲੰਬੀਆ 'ਚ ਜਿੱਦਾਂ ਮਾਫੀ ਮੰਗੀ ਗਈ ਵਿਧਾਨ ਸਭਾ ਵਿੱਚ, ਇਸ ਤਰ੍ਹਾਂ ਭਾਰਤ ਦੇ ਸੂਬਿਆਂ ਵਿੱਚ ਵੀ ਮਾਫੀ ਮੰਗੀ ਜਾਣੀ ਚਾਹੀਦੀ ਹੈ। ਖਾਸ ਕਰਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਜ਼ਰੂਰ ਹੀ ਇਹ ਕਦਮ ਚੁੱਕਿਆ ਜਾਣਾ ਚਾਹੀਦਾ, ਕਿਉਂਕਿ ਕਾਮਾਗਾਟਾ ਮਾਰੂ ਦੇ ਤਕਰੀਬਨ ਸਾਰੇ ਮੁਸਾਫਰ ਅੰਡ-ਮੰਡੇ ਪੰਜਾਬ ਨਾਲ ਸੰਬੰਧਿਤ ਸਨ। ਕੈਨੇਡਾ ਦੀ ਪਹਿਲ ਕਦਮੀ ਇਹ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਮੁੜ ਗਲਤੀਆਂ ਨਾ ਦੁਹਰਾਉਣ ਦਾ ਤਹਈਆ ਕਰਨ ਤਾਂ ਸਹੀ ਅਰਥਾਂ 'ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ। ਜੇਕਰ ਘੱਲੂਘਾਰਿਆਂ, ਨਸ਼ਲਕੁਸ਼ੀਆਂ ਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੇ ਘੱਟ ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਕਾਮਾਗਾਟਾ ਮਾਰੂ ਦੀ ਕੈਨੇਡਾ 'ਚ ਮਾਫੀ ਮੰਗੇ ਜਾਣ ਦਾ ਕੋਈ ਸਵਾਗਤ ਜਿਹੜਾ ਉਹਨਾਂ ਨੇ ਕੀਤਾ ਉਹ ਅਰਥ ਰੱਖਦਾ, ਨਹੀਂ ਤਾਂ ਇਹ ਮੈਚ ਸਿਆਸੀ ਬਿਆਨਬਾਜ਼ੀ ਹੀ ਹੋਵੇਗੀ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦੁਨੀਆ ਦੇ ਆਗੂਆਂ ਨੂੰ ਸੁਨੇਹਾ ਦਿੱਤਾ ਕਿ ਕੋਈ ਮੁਲਕ ਬੀਤੇ 'ਚ ਹੋਏ ਗੁਨਾਹਾਂ ਦੀ ਮਾਫੀ ਮੰਗਣ ਨਾਲ ਛੋਟਾ ਨਹੀਂ ਹੁੰਦਾ, ਬਲਕਿ ਉਹਦਾ ਸਨਮਾਨ ਹੋਰ ਵੀ ਉੱਚਾ ਹੁੰਦਾ ਹੈ। ਇਹ ਵਿਚਾਰ ਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ, ਨਸਲ, ਜਾਤ, ਧਰਮ ਤੇ ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਬਨਾਮ ਕਾਮਾਗਾਟਾ ਮਾਰੂ ਦੇ 376 ਮੁਸਾਫਰਾਂ ਵਿੱਚੋਂ 337 ਸਿੱਖਾਂ ਤੋਂ ਇਲਾਵਾ 12 ਹਿੰਦੂ ਤੇ 27 ਮੁਸਲਮਾਨ ਸਨ, ਪਰ ਸਾਰਿਆਂ ਨੇ ਆਪੇ ਆਪਣੇ ਅਕੀਦੇ ਤੇ ਧਰਮਾਂ ਨੂੰ ਨਿੱਜੀ ਪੱਧਰ ਤੇ ਰੱਖਿਆ ਸੀ। ਸੋ ਉਹ ਇਸ ਨੂੰ ਸਾਈਡ ਤੇ ਰੱਖ ਕੇ ਕੈਨੇਡਾ ਦੇ ਨਸਲਵਾਦ ਤੇ ਭਾਰਤ ਦੇ ਬਸਤੀਵਾਦ ਦੇ ਖਿਲਾਫ ਲੜੇ ਸੀ। ਅਫਸੋਸ ਇਸ ਗੱਲ ਦਾ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ, ਇਸ ਤੋਂ ਵੱਡੀ ਦੁਖਦਾਈ ਗੱਲ ਕੋਈ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਤੇ ਸਮੂਹ ਗਦਰੀ ਬਾਬਿਆਂ ਨਾਲ ਧਰੋਹ ਵੀ ਹੈ ਅਤੇ ਉਹਨਾਂ ਦੀ ਸੋਚ ਦਾ ਅਪਮਾਨ ਵੀ। ਨਵ ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੇ ਅਨਿਆਂ ਸੰਬੰਧੀ ਆਵਾਜ਼ ਉਠਾਉਣ ਦਾ ਕੋਈ ਅਰਥ ਰਹਿੰਦਾ ਹੈ। ਨਹੀਂ ਤਾਂ ਆਪਣੇ ਆਪ ਵਿੱਚ ਇਹ ਦੋਗਲੀ ਨੀਤੀ ਤੋਂ ਵੱਧ ਕੁਝ